ਗਿਆਨੀ ਹੋਏ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਸਤਿਗੁਰਾਂ ਦੇ ਪਾਵਨ ਬਚਨ ਹਨ ਬ੍ਰਹਮ ਗਿਆਨੀ ਸਗਲ ਕੀ ਰੀਨਾ। ਰੀਨਾ ਦਾ ਮਤਲਬ ਹੈ ਚਰਨਾਂ ਦੀ ਧੂੜ। ਜੋ ਮਨੁੱਖ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਜਾਂਦਾ ਹੈ, ਬ੍ਰਹਮ ਦਾ ਮਤਲਬ ਹੈ ਪ੍ਰਮਾਤਮਾ, ਗਿਆਨ ਦਾ ਮਤਲਬ ਹੈ ਪ੍ਰਮਾਤਮਾ ਦੇ ਬਾਰੇ ਵਿੱਚ ਅੰਦਰੋਂ ਜੁੜਾਵ ਹੋ ਜਾਣਾ। ਜੋ ਮਨੁੱਖ ਪ੍ਰਮਾਤਮਾ ਦੀ ਸੋਝੀ ਪਾ ਲੈਂਦਾ ਹੈ, ਕਹਿਣ ਲੱਗੇ ਬ੍ਰਹਮ ਗਿਆਨੀ ਸਗਲ ਕੀ ਰੀਨਾ, ਉਹ ਫਿਰ ਸਾਰੀ ਦੁਨੀਆ ਦੇ ਪੈਰਾਂ ਦੀ ਧੂੜ ਬਣ ਕੇ ਰਹਿੰਦਾ। ਇੰਨਾ ਨਿਮਾਣਾਪਣ ਆਪਣੇ ਅੰਦਰ, ਇਹਦੇ ਵਿੱਚ ਕੋਈ ਹੀਣਤਾ ਹੀ ਨਾ ਸਮਝਿਆ ਜੇ। ਇਹ ਸਿਰਫ ਤੇ ਸਿਰਫ ਇੱਕ ਨਿਮਰਤਾ ਕਰਕੇ ਹੈ। ਇਹਦਾ ਮਤਲਬ ਇਹ ਨਹੀਂ ਕਿ ਬ੍ਰਹਮ ਗਿਆਨੀ ਇਨਸਾਨ ਜਿਹੜਾ ਹੈ ਉਹ ਕਮਜ਼ੋਰ ਹੁੰਦਾ ਹੈ, ਉਹ ਕੁਝ ਕਹਿ ਨਹੀਂ ਸਕਦਾ, ਕੁਝ ਕਰ ਨਹੀਂ ਸਕਦਾ। ਕੇਵਲ ਤੇ ਕੇਵਲ ਉਸ ਦੇ ਅੰਦਰ ਨਿਮਰਤਾ ਵਰਤਦੀ ਹੈ। ਇੰਨੀ ਕੁ ਵਰਤ ਜਾਂਦੀ ਹੈ ਨਿਮਰਤਾ ਕਿ ਉਹ ਆਪਣੇ ਆਪ ਨੂੰ ਦੂਸਰੇ ਲੋਕਾਂ ਦੇ ਪੈਰਾਂ ਦੀ ਧੂੜ ਸਮਝ ਲੈਂਦਾ ਹੈ। ਇਸ ਤੋਂ ਅਗਲਾ ਬਚਨ ਕਹਿਣ ਲੱਗੇ ਬ੍ਰਹਮ ਆਤਮ ਰਸ ਬ੍ਰਹਮ ਗਿਆਨੀ ਚੀਨਾ। ਚੀਨਾ ਦਾ ਮਤਲਬ ਹੈ ਪਛਾਣ ਲੈਣਾ, ਚੁਣ ਲੈਣਾ। ਆਤਮ ਰਸ ਦਾ ਮਤਲਬ ਹੈ ਆਤਮਾ ਦਾ ਆਨੰਦ। ਜੋ ਬ੍ਰਹਮ ਗਿਆਨੀ ਮਨੁੱਖ ਹੈ ਉਸ ਨੇ ਆਤਮਿਕ ਆਨੰਦ ਨੂੰ ਵੀ ਪਛਾਣ ਲੈਂਦਾ ਹੈ, ਅੰਦਰ ਦੇ ਆਨੰਦ ਨੂੰ। ਇੱਕ ਹੈ ਬਾਹਰੀ ਤੌਰ ਤੇ ਜਿਹੜਾ ਸਾਨੂੰ ਦੁਨਿਆਵੀ ਪਦਾਰਥਾਂ ਤੋਂ ਆਨੰਦ ਮਿਲਦੇ ਨੇ। ਕੋਈ ਇਨਸਾਨ ਹੈ, ਕੋਈ 10 ਮਿੰਟ ਕੋਈ ਹਾਸੇ ਵਾਲੀ ਚੀਜ਼ ਵੇਖਦਾ ਹੈ, ਕੋਈ ਤਮਾਸ਼ਾ ਵੇਖਦਾ ਹੈ, 10 ਮਿੰਟ ਹੱਸ ਲੈਂਦਾ ਹੈ, ਪਰ ਅੰਦਰੋਂ ਇੱਕ ਜਿਹੜਾ ਆਨੰਦ ਮਿਲਦਾ ਹੈ ਉਹ ਸਦੀਵ ਕਾਲ ਦਾ ਹੁੰਦਾ ਹੈ। ਉਹ ਕਿਸੇ ਨੂੰ ਨਹੀਂ, ਜੇ ਉਹ ਬੜੇ ਵਿਰਲੇ ਮਨੁੱਖਾਂ ਦੀ ਝੋਲੀ ਵਿੱਚ ਦਾਤ ਪੈਂਦੀ ਹੈ ਆਤਮਿਕ ਆਨੰਦ ਦੀ। ਜਿਸ ਆਨੰਦ ਦੀ ਆਪਾਂ ਪਾਵਨ ਬਾਣੀ ਦਾ ਜਾਪ ਵੀ ਕਰਦੇ ਹਾਂ ਤੇ ਆਪਾਂ ਵਿਆਖਿਆ ਵੀ ਸਰਵਣ ਕੀਤੀ ਹੈ। ਆਨੰਦ ਦੀ ਜਿਹੜੀ ਵਿਆਖਿਆ ਬੜੀ ਵੱਡੀ ਹੈ। ਹਰ ਇੱਕ ਚੀਜ਼ ਦਾ ਆਪੋਜ਼ਿਟ ਸ਼ਬਦ ਹੈ। ਦੁੱਖ ਹੈ, ਸੁੱਖ ਹੈ, ਧੁੱਪ ਹੈ, ਛਾਂ ਹੈ, ਦਿਨ ਹੈ, ਰਾਤ ਹੈ। ਪਰ ਚੇਤੇ ਰੱਖਣਾ, ਆਨੰਦ ਦਾ ਕੋਈ ਵੀ ਵਿਪਰੀਤਾਰਥ ਸ਼ਬਦ ਨਹੀਂ ਹੁੰਦਾ, ਇਹਦਾ ਕੋਈ ਆਪੋਜ਼ਿਟ ਸ਼ਬਦ ਨਹੀਂ ਹੈ। ਆਨੰਦ ਇਕੱਲਾ ਹੈ। ਜਿਸ ਨੂੰ ਆਨੰਦ ਆ ਗਿਆ, ਆਤਮਿਕ ਆਨੰਦ ਮਿਲ ਗਿਆ, ਸਮਝ ਲਓ ਫਿਰ ਦੂਸਰਾ ਸ਼ਬਦ ਹੀ ਨਹੀਂ, ਇਸ ਦਾ ਉਲਟ ਕੋਈ ਸ਼ਬਦ ਹੀ ਨਹੀਂ ਬਣਿਆ। ਇਸ ਤੋਂ ਅਗਲਾ ਬਚਨ ਕਹਿਣ ਲੱਗੇ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ। ਬ੍ਰਹਮ ਗਿਆਨੀ ਤਿਸ ਕਛ ਬੁਰਾ ਨ ਭਇਆ। ਕਹਿਣ ਲੱਗੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲੈਣ ਵਾਲੇ ਮਨੁੱਖ ਦੀ ਸਭ ਉੱਤੇ ਖੁਸ਼ੀ ਹੁੰਦੀ ਹੈ। ਭਾਵ ਸਾਰਿਆਂ ਉੱਪਰ ਬ੍ਰਹਮ ਗਿਆਨੀ ਜੋ ਮਨੁੱਖ ਹੈ ਸਭ ਨਾਲ ਹੱਸਦੇ ਮੱਥੇ ਰਹਿੰਦਾ ਹੈ, ਖੁਸ਼ੀ ਨਾਲ, ਪ੍ਰਸੰਨਤਾ ਨਾਲ। ਮਾਇਆ ਦਾ ਮਤਲਬ ਹੁੰਦਾ ਹੈ ਮਿਹਰ। ਬ੍ਰਹਮ ਗਿਆਨੀ ਦੀ ਸਾਰਿਆਂ ਤੇ ਮਿਹਰ, ਸਾਰਿਆਂ ਤੇ ਪ੍ਰਸੰਨਤਾ ਹੁੰਦੀ ਹੈ। ਅਗਲਾ ਬਚਨ ਕਹਿਣ ਲੱਗੇ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਕਹਿਣ ਲੱਗੇ ਉਹ ਕੋਈ ਵੀ ਮੰਦਾ ਕੰਮ ਨਹੀਂ ਕਰਦਾ, ਉਹ ਬੁਰਾ ਕਰਮ ਕਰਨ ਤੋਂ ਬਚਦਾ ਨਹੀਂ ਕਰਦਾ। ਆਪਣੇ ਚਲੋ ਵੈਸੇ ਕੋਈ ਕੁਦਰਤੀ ਤੌਰ ਤੇ ਕੁਝ ਹੋ ਜਾਵੇ, ਕੋਈ ਗਲਤੀ ਇਨਸਾਨ ਕੋਲੋਂ ਹੋ ਜਾਵੇ, ਗੱਲ ਵੱਖਰੀ ਹੈ, ਪਰ ਜਾਣ ਬੁੱਝ ਕੇ ਕਦੇ ਵੀ ਕਿਸੇ ਗੁਨਾਹ ਵੱਲ ਨੂੰ ਆਪਣੇ ਪੈਰ ਨਹੀਂ ਪੱਟਦਾ। ਅਗਲਾ ਬਚਨ ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਸਮਦਰਸ਼ੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਮਨੁੱਖ ਸਦਾ ਸਮਦਰਸ਼ੀ। ਇਹ ਕਹਿੰਦੇ ਨੇ ਕਿ ਇੱਕੋ ਦ੍ਰਿਸ਼ਟੀ ਨਾਲ, ਇੱਕੋ ਨਜ਼ਰ ਨਾਲ ਸਭ ਨੂੰ ਵੇਖਦਾ ਹੈ। ਇਹ ਨਹੀਂ ਕਿ ਕੋਈ 4 ਪੈਸੇ ਜਿਹਦੇ ਕੋਲ ਜ਼ਿਆਦਾ ਨੇ ਉਹਨੂੰ ਵੱਧ ਇੱਜ਼ਤ ਦੇ ਦਿੱਤੀ, ਜਿਹਦੇ ਕੋਲ ਕੋਈ ਪੈਸਾ ਘੱਟ ਹੈ, ਨਹੀਂ ਪੈਸਾ ਹੈ, ਉਹਨੂੰ ਕੋਈ ਮਾਣ ਸਨਮਾਨ ਹੀ ਨਾ ਦਿੱਤਾ। ਕਿਉਂਕਿ ਇਹ ਸਾਡੇ ਸਮਾਜ ਦੀ ਰੀਤ ਹੈ। ਸਾਡੇ ਸਮਾਜ ਦੇ ਅੰਦਰ ਅਸੀਂ ਇਹ ਊਚ ਨੀਚ ਬੜਾ ਵੇਖਦੇ ਹਾਂ, ਰੁਤਬਾ ਬੜਾ ਵੇਖਦੇ ਹਾਂ, ਫਿਰ ਉਹਦੇ ਹਿਸਾਬ ਨਾਲ ਉਹਨੂੰ ਇੱਜ਼ਤ ਦਿੰਦੇ ਹਾਂ। ਪਰ ਚੇਤੇ ਰੱਖਣਾ ਬ੍ਰਹਮ ਗਿਆਨੀ ਦੇ ਅੰਦਰ ਇਹੋ ਜਿਹਾ ਕੁਝ ਨਹੀਂ ਹੁੰਦਾ। ਉਹ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦਾ। ਉਹਦੇ ਵਾਸਤੇ ਰਾਜਾ ਵੀ ਉਹੀ ਕੁਝ ਹੈ, ਉਸ ਪ੍ਰਮਾਤਮਾ ਦਾ ਭੇਜਿਆ ਇੱਕ ਇਨਸਾਨ ਹੈ, ਤੇ ਭਿਖਾਰੀ ਵੀ ਉਹਦੇ ਵਾਸਤੇ ਉਸ ਪ੍ਰਮਾਤਮਾ ਦਾ ਭੇਜੇ ਹੋਏ ਇੱਕ ਇਨਸਾਨ ਦੀ ਤਰ੍ਹਾਂ ਹੈ। ਇਸ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਊਚ ਨੀਚ ਉਸ ਮਨੁੱਖ ਦੀ ਦ੍ਰਿਸ਼ਟੀ ਦੇ ਵਿੱਚ ਨਹੀਂ ਆਉਂਦੀ। ਇੱਕ ਨਜ਼ਰ ਨਾਲ ਵੇਖਣਾ।
ਅਗਲਾ ਕਹਿਣ ਲੱਗੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ ਦੀਆਂ ਨਜ਼ਰਾਂ ਦੇ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਉਸ ਮਨੁੱਖ ਦੇ ਉੱਪਰ ਉਸ ਦੀ ਨਜ਼ਰ ਤੋਂ ਸਭ ਉੱਤੇ ਅੰਮ੍ਰਿਤ ਦੀ ਵਰਖਾ, ਭਾਵ ਸਾਰਿਆਂ ਦੇ ਨੂੰ ਭਲੇ ਦੀ ਨਿਗਾਹ ਨਾਲ ਵੇਖਣਾ। ਵੇਖੋ, ਵੇਖਣ ਦੇ ਵਿੱਚ ਬਹੁਤ ਫਰਕ ਹੈ। ਅੱਖਾਂ ਉਹੀ ਨੇ, ਨਿਗਾਹ ਉਹ ਹੈ। ਪਰ ਚੇਤੇ ਰੱਖਣਾ, ਹਰ ਇੱਕ ਮਨੁੱਖ ਅੰਦਰ ਦੇ ਭਾਵ ਦੇ ਨਾਲ ਆਪਣੀਆਂ ਨਜ਼ਰਾਂ ਨਾਲ ਦੂਸਰੇ ਨੂੰ ਵੇਖਦਾ ਹੈ। ਕਿਸੇ ਨੂੰ ਬੜਾ ਚੰਗਾ ਕਰਕੇ ਵੇਖਦਾ ਹੈ, ਅੱਖਾਂ ਦੇ ਵਿੱਚ ਮਮਤਾ ਉਤਰ ਆਉਂਦੀ ਹੈ। ਆਪਣੇ ਬੱਚਿਆਂ ਵੱਲ ਵੇਖਦਾ, ਅੱਖਾਂ ਦੇ ਵਿੱਚ ਬੜੀ ਮਮਤਾ ਉਤਰ ਆਉਂਦੀ ਹੈ। ਲੇਕਿਨ ਜਦੋਂ ਕਿਸੇ ਦੁਸ਼ਮਣ ਵੱਲ ਵੇਖਦਾ, ਇਹਨਾਂ ਅੱਖਾਂ ਦੇ ਵਿੱਚ ਹੀ ਅੱਗ ਬਲ ਜਾਂਦੀ ਹੈ। ਇਹਨਾਂ ਅੱਖਾਂ ਦੇ ਵਿੱਚ ਹੀ ਜ਼ਹਿਰ ਉਤਰ ਆਉਂਦੀ ਹੈ, ਕਹਿਰ ਆ ਜਾਂਦਾ ਹੈ। ਪਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਬ੍ਰਹਮ ਗਿਆਨੀ ਦੀਆਂ ਜਿਹੜੀਆਂ ਨਜ਼ਰਾਂ ਨੇ ਹਮੇਸ਼ਾ ਅੰਮ੍ਰਿਤ ਵਰਦਾ ਹੈ ਜੀ ਉਹਨਾਂ ਤੋਂ। ਅਗਲਾ ਬਚਨ ਕਹਿਣ ਲੱਗੇ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ, ਬੰਧਨ ਤੇ ਮੁਕਤਾ। ਕਿਸੇ ਤਰ੍ਹਾਂ ਦਾ ਮਾਇਆ ਦਾ ਬੰਧਨ ਉਸ ਨੂੰ ਜਕੜ ਨਹੀਂ ਪਾਉਂਦਾ, ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਅਗਲਾ ਬਚਨ ਕਹਿਣ ਲੱਗੇ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਉਸ ਦੇ ਜੀਵਨ ਜੀਣ ਦਾ ਤਰੀਕਾ, ਜੁਗਤੀ ਦਾ ਮਤਲਬ ਹੁੰਦਾ ਤਰੀਕਾ, ਮਰਿਆਦਾ। ਚੇਤੇ ਰੱਖਣਾ, ਬ੍ਰਹਮ ਗਿਆਨੀ ਆਪਣੇ ਜੀਵਨ ਨੂੰ ਜਿਸ ਤਰੀਕੇ ਨਾਲ ਜਿਉਂਦਾ ਹੈ ਉਹ ਤਰੀਕਾ ਬਿਲਕੁਲ ਨਿਰਮਲ ਹੁੰਦਾ ਹੈ, ਵਕਾਰਾਂ ਤੋਂ, ਪਾਪਾਂ ਤੋਂ, ਝੂਠ ਫਰੇਬ ਠੱਗੀ ਤੋਂ ਰਹਿਤ ਹੁੰਦਾ ਹੈ। ਬਿਲਕੁਲ ਇਮਾਨਦਾਰੀ, ਸੱਚਾਈ ਅਤੇ ਸੱਚ ਦੇ ਉੱਪਰ ਚੱਲ ਕੇ ਉਹ ਮਨੁੱਖ ਨਿਰਮਲ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਅਖੀਰਲਾ ਬਚਨ ਜਿਹੜਾ ਇਸ ਪਦੇ ਦਾ ਸਤਿਗੁਰੂ ਜੀ ਫਰਮਾਨ ਕਰਦੇ ਹਨ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਰੱਬੀ ਗਿਆਨ ਬ੍ਰਹਮ ਗਿਆਨੀ ਦੀ ਖੁਰਾਕ ਹੈ, ਭਾਵ ਬ੍ਰਹਮ ਗਿਆਨੀ ਦੀ ਆਤਮਿਕ ਜ਼ਿੰਦਗੀ ਦਾ ਆਸਰਾ ਕੇਵਲ ਤੇ ਕੇਵਲ ਉਸ ਪ੍ਰਮਾਤਮਾ ਦੀ ਸਿਫਤ ਸਲਾਹ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਚੇਤੇ ਰੱਖਣਾ, ਬ੍ਰਹਮ ਗਿਆਨੀ ਦਾ ਭੋਜਨ, ਬ੍ਰਹਮ ਗਿਆਨੀ ਦੀ ਆਤਮਿਕ ਖੁਰਾਕ। ਭੋਜਨ ਵੀ ਦੋ ਪ੍ਰਕਾਰ ਦਾ ਹੈ। ਸਰੀਰ ਨੂੰ ਭੁੱਖ ਲੱਗਦੀ ਹੈ, ਸਰੀਰ ਨੂੰ ਦੀ ਭੁੱਖ ਮਿਟਾਉਣ ਵਾਸਤੇ ਭੋਜਨ ਕੀਤਾ ਜਾਂਦਾ ਹੈ। ਆਤਮਾ ਨੂੰ ਭੁੱਖ ਲੱਗਦੀ ਹੈ, ਆਤਮਾ ਦੀ ਭੁੱਖ ਮਿਟਾਉਣ ਵਾਸਤੇ ਭਜਨ ਕੀਤਾ ਜਾਂਦਾ ਹੈ। ਸਰੀਰ ਨੂੰ ਜ਼ਰੂਰਤ ਹੈ ਭੋਜਨ ਦੀ, ਆਤਮਾ ਨੂੰ ਜ਼ਰੂਰਤ ਹੈ ਭਜਨ ਦੀ। ਇਸ ਤੋਂ ਇਲਾਵਾ ਮੰਨ ਲਓ ਕਿ ਤਨ ਦਾ ਇਸ਼ਨਾਨ ਪਾਣੀ ਦੇ ਨਾਲ ਹੁੰਦਾ ਹੈ, ਪਰ ਆਤਮਾ ਦਾ, ਮਨ ਦਾ ਇਸ਼ਨਾਨ ਬਾਣੀ ਦੇ ਨਾਲ ਹੁੰਦਾ ਹੈ। ਸਰੀਰ ਦਾ ਇਸ਼ਨਾਨ ਕਰਾਉਣਾ ਹੋਵੇ, ਪਾਣੀ ਦੀ ਜ਼ਰੂਰਤ ਹੈ, ਪਾਣੀ ਨਾਲ ਸਰੀਰ ਧੋ ਸਕਦੇ ਹਾਂ। ਪਰ ਜੇਕਰ ਅੰਦਰ ਨੂੰ ਸਾਫ਼ ਕਰਨਾ ਹੈ, ਅੰਦਰ ਨੂੰ ਧੋਣਾ ਹੈ, ਤੇ ਉਹਦੇ ਵਾਸਤੇ ਬਾਣੀ ਚਾਹੀਦੀ ਹੈ, ਗੁਰੂ ਦੀ ਸਿੱਖਿਆ ਚਾਹੀਦੀ ਹੈ। ਫਰਮਾਨ ਕਰਦੇ ਨੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਰੱਬੀ ਗਿਆਨ, ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਯਾਦ ਬ੍ਰਹਮ ਗਿਆਨੀ ਦਾ ਭੋਜਨ ਹੁੰਦਾ ਹੈ। ਉਹ ਇਸ ਭੋਜਨ ਨੂੰ ਛਕਦਾ ਹੈ। ਅਗਲਾ ਬਚਨ ਕਹਿਣ ਲੱਗੇ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਉਹਦਾ ਬ੍ਰਹਮ ਵਾਲੀ ਧਿਆਨ ਰਹਿੰਦਾ ਹੈ, ਪਰਮਾਤਮਾ ਰੱਬ ਵਾਲੀ ਧਿਆਨ ਰਹਿੰਦਾ ਹੈ। ਜੋ ਰੱਬ ਦੇ ਗਿਆਨ ਵਾਲਾ ਹੋ ਜਾਂਦਾ ਹੈ, ਬ੍ਰਹਮ ਗਿਆਨੀ ਦੀ ਸੁਰਤ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਨਾਲ ਜੁੜੀ ਰਹਿੰਦੀ ਹੈ। ਇਸ ਤੋਂ ਇਲਾਵਾ ਉਸ ਦਾ ਮਨ ਕਿਸੇ ਹੋਰ ਪਾਸੇ ਨੂੰ ਭਟਕ ਕੇ ਉਸ ਨੂੰ ਤੰਗ ਨਹੀਂ ਜੇ ਕਰਦਾ।